ਸੋ ਵੱਖ-ਵੱਖ ਵਜੀਫਾ ਸਕੀਮਾਂ ਉਹਨਾਂ ਦੇ ਨਵੇਂ ਨੋਰਮਸ ਬਾਰੇ ਸਟੈਪ ਬਾਈ ਸਟੈਪ ਸਧਾਰਨ ਤੇ ਸਿੰਪਲ ਤਰੀਕੇ ਦੇ ਨਾਲ ਸਮਝਦੇ ਹਾਂ। ਮੈਂ ਸਮਝਣਾ ਹੈ ਕਿ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਕਿਤੇ ਜ਼ਿਆਦਾ ਬਿਹਤਰ ਤਰੀਕੇ ਦੇ ਨਾਲ ਵੱਖ-ਵੱਖ ਵਜੀਫਾ ਸਕੀਮਾਂ ਨੂੰ ਸਮਝ ਪਾਓਗੇ। ਵਿਦਿਆਰਥੀਆਂ ਤੇ ਅਧਿਆਪਕਾਂ ਦੋਨਾਂ ਦੇ ਲਈ ਇਹ ਵੀਡੀਓ ਲਾਹੇਵੰਦ ਹੋ ਸਕਦੀ ਹੈ। ਸ਼ੁਰੂਆਤ ਕਰ ਲੈਂਦੇ ਹਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਫॉर SC ਸਟੂਡੈਂਟ। ਸੋ 11ਵੀਂ ਤੇ 12ਵੀਂ ਜਮਾਤ ਦੇ ਬੱਚਿਆਂ ਦੇ ਲਈ ਹੈ। ਇਸ ਸਕਾਲਰਸ਼ਿਪ ਦੇ ਲਈ ਸਾਨੂੰ ਡਾਕਟਰ ਅੰਬੇਡਕਰ ਪੋਰਟਲ ਤੇ ਅਪਲਾਈ ਕਰਨਾ ਪਵੇਗਾ ਔਰ ਇਸ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਐਲੀਜੀਬਿਲਟੀ ਦੇ ਤੌਰ ਦੇ ਉੱਪਰ ਜਾਤੀ ਸਰਟੀਫਿਕੇਟ ਔਰ ਇਸ ਤੋਂ ਇਲਾਵਾ ਜਿਹੜੀ ਬੱਚੇ ਦੇ ਮਾਪਿਆਂ ਦੀ ਇਨਕਮ ਜਿਹੜੀ ਹੈ ਉਹ 2.5 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ। ਇਸ ਸਕੀਮ ਦੇ ਅੰਤਰਗਤ ਜੇ ਬੱਚਾ ਅਪਲਾਈ ਕਰ ਲੈਂਦਾ ਹੈ ਤੇ ਦੂਸਰੇ ਕਿਸੇ ਹੋਰ ਸਕੀਮ ਦਾ ਉਹਨੂੰ ਬੈਨੀਫਿਟ ਨਹੀਂ ਮਿਲੇਗਾ। ਐਪਲੀਕੇਸ਼ਨ ਪ੍ਰੋਸੈਸ ਹੋਣ ਦੀ ਪ੍ਰਕਿਰਿਆ ਵਿਦਿਆਰਥੀ ਤੋਂ ਇੰਸਟੀਚਿਊਟ ਜਾਂ ਸਕੂਲ ਨੂੰ ਹੈ। ਸਕੂਲ ਅੱਗੇ ਫਰਦਰ ਅੱਗੇ ਫਾਰਵਰਡ ਕਰੇਗਾ DO ਲੈਵਲ ਤੇ ਐਂਡ ਦੈਨ ਹਾਇਰ ਅਥਾਰਟੀ ਨੂੰ ਐਪਲੀਕੇਸ਼ਨ ਜਿਹੜੀ ਹੋ ਜਾਏਗੀ। ਵਜੀਫਾ ਟ੍ਰਾਂਸਫਰ ਰਾਹੀਂ ਸਿੱਧਾ ਹੀ ਬੱਚਿਆਂ ਦੇ ਅਕਾਊਂਟ ਜਾਂ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤਾ ਜਾਵੇਗਾ। ਸੋ ਬੈਨੀਫਿਟ ਜਾਂ ਲਾਭ ਦੀ ਗੱਲ ਕਰੀਏ, ਹੋਸਟਲਰ ਸਟੂਡੈਂਟ ਦੇ ਲਈ 380 ਰੁਪਇਆ ਪਰ ਮੰਥ ਔਰ ਡੇ ਸਕਾਲਰ ਦੇ ਲਈ 230 ਰੁਪਏ ਪਰ ਮੰਥ ਦੇ ਵਿੱਚ ਐਜ਼ ਅ ਬੈਨੀਫਿਟ ਰੂਪ ਦੇ ਉੱਪਰ ਸਕਾਲਰਸ਼ਿਪ ਦੇ ਰੂਪ ਦੇ ਵਿੱਚ ਬੱਚੇ ਨੂੰ ਮਿਲਣਗੇ। ਸੋ ਪੋਸਟ ਮੈਟ੍ਰਿਕ ਲੈਵਲ ਦੀਆਂ ਬਹੁਤ ਸਾਰੀਆਂ ਸਕੀਮਾਂ ਬੱਚਿਆਂ ਦੇ ਲਈ ਹਨ ਜਿਨ੍ਹਾਂ ਦਾ ਕਿ ਵਿਦਿਆਰਥੀ ਪੂਰਾ ਲਾਭ ਲੈ ਸਕਦੇ ਹਨ। ਸੋ ਇੱਕ ਇੱਕ ਕਰਕੇ ਕੁਝ ਹੋਰ ਸਕੀਮਾਂ ਦਾ ਵੀ ਅੱਗੇ ਅਸੀਂ ਡਿਸਕਸ ਕਰਾਂਗੇ, ਉਹਦੇ ਬਾਰੇ ਜਾਣਾਂਗੇ ਕੀ ਨਵੇਂ ਨੋਰਮਸ ਰੱਖੇ ਗਏ ਨੇ, ਕਿਹੜੇ ਡਾਕੂਮੈਂਟਸ ਦੀ ਲੋੜ ਪੈਂਦੀ ਹੈ ਜਾਂ ਹੋਰ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਹੈ। ਸੋ ਨੈਕਸਟ ਸਕੀਮ ਵੀ ਪੋਸਟ ਮੈਟ੍ਰਿਕ ਹੀ ਲੈ ਲੈਂਦੇ ਹਾਂ। ਇਸ ਸਕੀਮ ਦਾ ਨਾਮ ਹੈ ਪੋਸਟ ਮੈਟ੍ਰਿਕ OBC। ਇਹ 11ਵੀਂ ਤੇ 12ਵੀਂ ਜਮਾਤ ਦੇ ਬੱਚਿਆਂ ਦੇ ਲਈ ਹੈ। ਸੋ ਇਸ ਵਿੱਚ ਜੇ ਅਸੀਂ ਗੱਲ ਕਰ ਲਈਏ ਐਲੀਜੀਬਿਲਟੀ ਦੀ ਡਾਕੂਮੈਂਟਸ ਤਾਂ ਇਹਦੇ ਵਿੱਚ ਸਾਨੂੰ ਇੱਕ ਜਾਤੀ ਸਰਟੀਫਿਕੇਟ, ਦੂਸਰਾ ਪੇਰੈਂਟਸ ਇਨਕਮ ਜਿਹੜੀ ਹੈ ਉਹ 1 ਲੱਖ ਜਾਂ ਉਸ ਤੋਂ ਘੱਟ ਹੋਣੀ ਚਾਹੀਦੀ। ਇੰਪੋਰਟੈਂਟ ਚੀਜ਼ ਇਹਦੇ ਵਿੱਚ ਇਹ ਹੈ ਕਿ ਬੱਚੇ ਦੇ ਪ੍ਰੀਵੀਅਸ ਐਗਜ਼ਾਮ ਦੇ ਵਿੱਚ ਘੱਟ ਤੋਂ ਘੱਟ ਵੀ 60% ਜਾਂ ਉਸ ਤੋਂ ਵੱਧ ਮਾਰਕਸ ਹੋਣੇ ਚਾਹੀਦੇ ਨੇ। ਅਟੈਂਡੈਂਸ ਜਾਂ ਹਾਜ਼ਰੀ ਜਿਹੜੀ ਆ ਉਹ 75% ਜਿਹੜੀ ਹੈ ਬੱਚੇ ਦੀ ਹੋਣੀ ਚਾਹੀਦੀ। ਬੈਨੀਫਿਟ ਦੀ ਜੇ ਅਸੀਂ ਗੱਲ ਕਰੀਏ ਤੇ ਹੋਸਟਲਰ ਦੀ 260 ਰੁਪਇਆ ਪਰ ਮੰਥ ਦੇ ਹਿਸਾਬ ਦੇ ਨਾਲ ਔਰ ਇਸ ਤੋਂ ਇਲਾਵਾ ਪਲੱਸ ਇਹਦੇ ਵਿੱਚ ਕਰ ਲਈਏ ਨੌਨ ਰਿਫੰਡੇਬਲ ਫੀਸ 260 ਪਲੱਸ ਨੌਨ ਰਿਫੰਡੇਬਲ ਫੀਸ। ਇਸ ਤੋਂ ਇਲਾਵਾ ਡੇ ਸਕਾਲਰ ਦੀ ਜੇ ਗੱਲ ਕਰੀਏ ਤਾਂ ਉਹਨੂੰ 160 ਰੁਪਇਆ ਪਰ ਮੰਥ ਪਲੱਸ ਨੌਨ ਰਿਫੰਡੇਬਲ ਫੀਸ। ਸੋ ਬਲਾਈਂਡ ਸਟੂਡੈਂਟ ਦੇ ਵਿੱਚ ਅਗੇਨ ਇਹਦੇ ਵਿੱਚ 90 ਰੁਪਏ ਪਰ ਮੰਥ ਦੇ ਹਿਸਾਬ ਦੇ ਨਾਲ ਰੀਡਰ ਚਾਰਜ ਜਿਹੜਾ ਇਲਾਜ ਦਾ ਮਿਲੇਗਾ। ਇਸ ਸਕਾਲਰਸ਼ਿਪ ਨੂੰ ਅਪਲਾਈ ਕਰਨ ਦੇ ਲਈ ਸਾਨੂੰ ਡਾਕਟਰ ਅੰਬੇਡਕਰ ਪੋਰਟਲ ਤੇ ਹੀ ਜਾਣਾ ਪਏਗਾ। ਇਸੇ ਤਰ੍ਹਾਂ ਹੀ ਕੁਝ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਸਕੀਮਾਂ ਵੀ ਹਨ। ਇਹਨਾਂ ਦੇ ਵਿੱਚ ਕੁਝ ਨਵੇਂ ਨੋਰਮਸ ਜਿਹੜੇ ਰੱਖੇ ਗਏ ਨੇ ਜਾਂ ਐਲੀਜੀਬਿਲਟੀ ਕ੍ਰਾਈਟੇਰੀਆ ਕੁਝ ਨਵਾਂ ਰੱਖਿਆ ਗਿਆ, ਉਸ ਬਾਰੇ ਵੀ ਅਸੀਂ ਸਮਝਾਂਗੇ ਜਾਣਾਂਗੇ। ਸੋ ਇੱਕ ਚੀਜ਼ ਨੂੰ ਸਟੈਪ ਬਾਈ ਸਟੈਪ ਪੁਆਇੰਟ ਵਾਈਜ਼ ਪੁਆਇੰਟ ਬਿਲਕੁਲ ਹੀ ਸਿੰਪਲ ਤੇ ਸਧਾਰਨ ਤਰੀਕੇ ਨਾਲ ਆਓਗੇ ਦੇਖਦੇ ਹਾਂ। ਅਗਲੀ ਇੰਪੋਰਟੈਂਟ ਸਕੀਮ ਪ੍ਰੀ ਮੈਟ੍ਰਿਕ ਬੱਚਿਆਂ ਦੇ ਲਈ ਲੈ ਲੈਂਦੇ ਹਾਂ। ਸਕੀਮ ਦਾ ਨਾਮ ਹੈ ਪ੍ਰੀ ਮੈਟ੍ਰਿਕ ਫॉर SC ਸਟੂਡੈਂਟਸ। ਸੋ ਇਸ ਵਿੱਚ ਜੇ ਐਲੀਜੀਬਿਲਟੀ ਦੀ ਜੇ ਅਸੀਂ ਗੱਲ ਕਰੀਏ, ਕਾਸਟ ਸਰਟੀਫਿਕੇਟ, ਆਧਾਰ ਨੰਬਰ ਤੋਂ ਇਲਾਵਾ ਬੱਚਿਆਂ ਦੇ ਗਾਰਡੀਅਨ ਜਾਂ ਪੇਰੈਂਟਸ ਦੀ ਇਨਕਮ ਜਿਹੜੀ ਹੈ 2.5 ਲੱਖ ਜਾਂ ਉਸ ਤੋਂ ਘੱਟ ਹੋਣੀ ਚਾਹੀਦੀ ਹੈ। ਪੰਜਾਬ ਦੇ ਪਰਮਾਨੈਂਟ ਵਸਿੰਦੇ ਹੋਣੇ ਚਾਹੀਦੇ ਨੇ। ਸੋ ਬੈਨੀਫਿਟ ਦੀ ਜੇ ਅਸੀਂ ਗੱਲ ਕਰ ਲਈਏ, ਹੋਸਟਲਰ ਦੇ ਲਈ 528 ਪਰ ਮੰਥ ਔਰ ਇਸ ਤੋਂ ਇਲਾਵਾ ਡੇ ਸਕਾਲਰ ਦੀ ਜੇ ਅਸੀਂ ਗੱਲ ਕਰੀਏ ਸੋ 225 ਰੁਪਏ ਪਰ ਮੰਥ ਜਿਹੜੇ ਨੇ ਇਸ ਵਿੱਚ ਰੱਖੇ ਜਾਣਗੇ। ਸੋ ਹੋਸਟਲਰ ਲਈ 258 ਰੁਪਏ ਦੇ ਇਲਾਵਾ 1000 ਰੁਪਏ ਈਅਰਲੀ ਹੋਏਗਾ, ਐਨੂਅਲੀ ਹੋਏਗਾ ਔਰ ਡੇ ਸਕਾਲਰ ਦੇ ਲਈ 225 ਦੇ ਇਲਾਵਾ ਪਲੱਸ 750 ਰੁਪਏ ਈਅਰਲੀ ਜਿਹੜੇ ਹੋਣਗੇ। ਇਹ 750 ਰੁਪਏ ਬੁੱਕਸ ਗ੍ਰਾਂਟ ਵਜੋਂ ਜਿਹੜੇ ਉਹ ਨਾਲ ਐਡ ਕੀਤੇ ਜਾਣਗੇ। ਸੋ ਵੱਖ-ਵੱਖ ਸਕੀਮਾਂ ਦੇ ਅੰਤਰਗਤ ਉਹਨਾਂ ਸਕੀਮਾਂ ਦੇ ਨਾਲ ਰਿਲੇਟਡ ਅਲੱਗ-ਅਲੱਗ ਤਰ੍ਹਾਂ ਦੇ ਡਾਕੂਮੈਂਟਸ ਨੂੰ ਕਲਾਸ ਇੰਚਾਰਜ ਨੂੰ ਚੰਗੀ ਤਰ੍ਹਾਂ ਘੋਖ ਕਰ ਲੈਣਾ ਚਾਹੀਦਾ ਹੈ ਤੇ ਇਹਨਾਂ ਡਾਕੂਮੈਂਟਸ ਦਾ ਪ੍ਰੋਪਰ ਰਿਕਾਰਡ ਆਪਣੇ ਕੋਲ ਰੱਖਣਾ ਚਾਹੀਦਾ ਹੈ।
ਸੋ ਨੈਕਸਟ ਸਕੀਮ ਵੀ ਪ੍ਰੀ ਮੈਟ੍ਰਿਕ ਹੀ ਲੈ ਲੈਂਦੇ ਹਾਂ। ਸਕੀਮ ਦਾ ਨਾਮ ਹੈ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਸਕੀਮ ਫॉर OBC ਸਟੂਡੈਂਟਸ। ਸੋ ਪਹਿਲੀ ਤੋਂ ਲੈ ਕੇ 10ਵੀਂ ਜਮਾਤ ਦੇ ਬੱਚਿਆਂ ਦੇ ਲਈ ਹੈ। ਇਸ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਇਲਾਵਾ CBSE, ICSE, ਗਵਰਨਮੈਂਟ ਤੇ ਗਵਰਨਮੈਂਟ ਏਡਡ ਸਕੂਲ, ਈਵਨ ਪ੍ਰਾਈਵੇਟ ਸਕੂਲ ਇਨਕਲੂਡ ਕੀਤੇ ਜਾਂਦੇ ਹਨ। ਸੋ ਅਲੱਗ-ਅਲੱਗ ਵਰਗ ਜੇ ਅਸੀਂ ਦੇਖੀਏ ਇਹਦੇ ਵਿੱਚ ਸਿੱਖ, ਮੁਸਲਿਮ, ਈਸਾਈ, ਬੌਧ, ਪਾਰਸੀ, ਜੈਨ ਆਦਿ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਸੋ ਜੇ ਐਲੀਜੀਬਿਲਟੀ ਦੀ ਜੇ ਅਸੀਂ ਗੱਲ ਕਰੀਏ, ਕਾਸਟ ਸਰਟੀਫਿਕੇਟ ਤੋਂ ਇਲਾਵਾ ਪੇਰੈਂਟਸ ਦੀ ਇਨਕਮ ਜਿਹੜੀ ਹੈ 2.5 ਲੱਖ ਜਾਂ ਉਸ ਤੋਂ ਘੱਟ ਹੋਣੀ ਚਾਹੀਦੀ ਹੈ। ਪੰਜਾਬ ਦੇ ਪਰਮਾਨੈਂਟ ਵਸਿੰਦੇ ਹੋਣੇ ਚਾਹੀਦੇ ਨੇ। ਬੱਚਾ ਐਜ਼ ਅ ਰੈਗੂਲਰ ਸਟੂਡੈਂਟ ਹੋਣਾ ਚਾਹੀਦਾ। ਸੋ ਬੈਨੀਫਿਟ ਦੀ ਜੇ ਅਸੀਂ ਗੱਲ ਕਰੀਏ ਤੇ ਡੇ ਬੋਰਡਿੰਗ ਦੇ ਵਿੱਚ 100 ਰੁਪਇਆ ਪਰ ਮੰਥ ਦੇ ਹਿਸਾਬ ਨਾਲ ਤੇ ਹੋਸਟਲਰ ਨੂੰ 500 ਰੁਪਇਆ ਪਰ ਮੰਥ ਦੇ ਹਿਸਾਬ ਦੇ ਨਾਲ ਮਿਲਦਾ ਹੈ। ਤੇ ਪੰਜਾਬ ਪੋਰਟਲ ਦੇ ਉੱਪਰ ਹੀ ਅਸੀਂ ਪ੍ਰੀ ਮੈਟ੍ਰਿਕ BC ਸਟੂਡੈਂਟ ਨੂੰ ਜਿਹੜਾ ਆ ਅਪਲਾਈ ਕਰਦੇ ਹਾਂ ਇਸ ਸਕਾਲਰਸ਼ਿਪ ਦੇ ਅੰਤਰਗਤ। ਨੈਕਸਟ ਇੰਪੋਰਟੈਂਟ ਸਕਾਲਰਸ਼ਿਪ ਸਕੀਮ ਦਾ ਨਾਮ ਹੈ ਅਪਗ੍ਰੇਡੇਸ਼ਨ ਸਕੀਮ ਫॉर SC ਸਟੂਡੈਂਟਸ। ਸੋ ਇਹ ਜਮਾਤ 9ਵੀਂ ਤੋਂ ਲੈ ਕੇ 12ਵੀਂ ਤੱਕ ਦੇ ਵਿਦਿਆਰਥੀ ਦੇ ਲਈ। ਐਲੀਜੀਬਿਲਟੀ ਦੀ ਜੇ ਅਸੀਂ ਗੱਲ ਕਰੀਏ, ਕਾਸਟ ਸਰਟੀਫਿਕੇਟ ਦੇ ਇਲਾਵਾ ਬੱਚਾ ਪਰਮਾਨੈਂਟ ਵਸਿੰਦਾ ਪੰਜਾਬ ਦਾ ਹੋਣਾ ਚਾਹੀਦਾ ਹੈ। ਬਟ ਇੰਪੋਰਟੈਂਟ ਗੱਲ ਇਸ ਸਕੀਮ ਦੇ ਵਿੱਚ ਹੈ ਕਿ ਪੇਰੈਂਟਸ ਇਨਕਮ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਸ਼ੂ ਜਾਂ ਰਿਸਟ੍ਰਿਕਸ਼ਨ ਇਹਦੇ ਵਿੱਚ ਨਹੀਂ ਹੈ। ਬੈਨੀਫਿਟ ਦੇ ਤੌਰ ਦੇ ਰੂਪ ਦੇ ਵਿੱਚ 25,000 ਰੁਪਇਆ ਡੇ ਬੋਰਡਿੰਗਸ ਨੂੰ, ਤੇ ਹੋਸਟਲਰ ਦੀ ਜੇ ਅਸੀਂ ਗੱਲ ਕਰੀਏ 900 ਰੁਪਇਆ ਪਰ ਮੰਥ ਖੁਰਾਕ ਦੇ ਲਈ, 300 ਰੁਪਇਆ ਪਰ ਮੰਥ ਪਾਕਟ ਮਨੀ ਦੇ ਤੌਰ ਤੇ 300 ਰੁਪਇਆ ਪਰ ਮੰਥ ਬੁੱਕਸ ਤੇ ਸਟੇਸ਼ਨਰੀ ਦੇ ਲਈ ਹੋਸਟਲਰ ਵਿਦਿਆਰਥੀ ਨੂੰ ਮਿਲਦਾ ਹੈ। ਇੰਪੋਰਟੈਂਟ ਚੀਜ਼ ਇਸ ਸਕੀਮ ਦੇ ਵਿੱਚ ਹੈ ਕਿ ਸਬਜੈਕਟ ਐਕਸਪਰਟ ਅਤੇ ਪ੍ਰਿੰਸੀਪਲਸ ਨੂੰ ਮਾਣ ਭੱਤੇ ਦੇ ਤੌਰ ਦੇ ਰੂਪ ਦੇ ਵਿੱਚ 10,000 ਰੁਪਇਆ ਪਰ ਸਟੂਡੈਂਟ ਦੇ ਹਿਸਾਬ ਦੇ ਨਾਲ ਮਿਲਦਾ ਹੈ। ਸੋ ਨੈਕਸਟ ਸਕੀਮ ਮਲੀਨ ਕਿੱਤਾ ਕਰਨ ਵਾਲੇ ਮਾਪਿਆਂ ਦੇ ਬੱਚਿਆਂ ਦੇ ਲਈ ਹੈ ਔਰ ਇਹ ਪ੍ਰੀ ਮੈਟ੍ਰਿਕ ਸਕੀਮ ਹੈ। ਸੋ ਇਸ ਬਾਰੇ ਜਾਣ ਲੈਂਦੇ ਹਾਂ। ਮਲੀਨ ਕਿੱਤੇ ਦੇ ਅੰਤਰਗਤ ਜਿਹੜੇ ਵੱਖ-ਵੱਖ ਕਿੱਤੇ ਸ਼ਾਮਿਲ ਕੀਤੇ ਜਾਂਦੇ ਹਨ ਉਹ ਹਨ ਚਮੜੇ ਨੂੰ ਰੰਗਣ ਸੰਬੰਧੀ ਜਾਂ ਹੋਰ ਚਮੜੇ ਸੰਬੰਧੀ ਕੰਮਕਾਜ ਕਰਨ ਵਾਲੇ, ਮੇਨ ਹੋਲ ਜਾਂ ਸੀਵਰੇਜ ਜਾਂ ਨਾਲੀਆਂ ਦੀ ਸਾਫ਼ ਸਫਾਈ ਸੰਬੰਧੀ ਕੰਮਕਾਜ ਕਰਨ ਵਾਲੇ ਮਾਪਿਆਂ ਸੰਬੰਧੀ ਆ ਸਕੀਮ ਹੈ। ਸੋ ਇਸ ਵਿੱਚ ਡੇ ਸਕਾਲਰ ਦੀ ਜੇ ਗੱਲ ਕਰੀਏ ਤਾਂ ਪਹਿਲੀ ਤੋਂ ਲੈ ਕੇ 10ਵੀਂ ਜਮਾਤ ਦੇ ਵਿਦਿਆਰਥੀ ਇਸ ਵਿੱਚ ਸ਼ਾਮਿਲ ਕੀਤੇ ਜਾਣਗੇ। ਹੋਸਟਲਰ ਦੀ ਗੱਲ ਕਰੀਏ ਤੇ ਤੀਸਰੀ ਜਮਾਤ ਤੋਂ ਲੈ ਕੇ 10ਵੀਂ ਜਮਾਤ ਦੇ ਵਿਦਿਆਰਥੀ ਰੱਖੇ ਜਾਣਗੇ। ਸੋ ਡੇ ਸਕਾਲਰ ਦੇ ਲਈ ਰੁਪੀਜ਼ 110 ਰੁਪਏ ਪਰ ਮੰਥ ਦੇ ਹਿਸਾਬ ਦੇ ਨਾਲ ਪਲੱਸ 750 ਰੁਪਏ ਈਅਰਲੀ ਜਿਹੜੇ ਬੱਚੇ ਨੂੰ ਪ੍ਰਾਪਤ ਹੋਣਗੇ। ਹੋਸਟਲਰ ਦੇ ਲਈ 700 ਰੁਪਏ ਪਰ ਮੰਥ ਪਲੱਸ 1000 ਈਅਰਲੀ ਬੱਚੇ ਨੂੰ ਜਿਹੜਾ ਆ ਐਜ਼ ਏ ਸਕਾਲਰਸ਼ਿਪ ਦੇ ਤੌਰ ਵਿੱਚ ਜਿਹੜਾ ਪ੍ਰਾਪਤ ਹੋਵੇ। ਸੋ ਪ੍ਰੋਸੈਸ ਐਪਲੀਕੇਸ਼ਨ ਦੀ ਠੀਕ ਉਸੇ ਤਰ੍ਹਾਂ ਹੀ ਹੈ ਕਿ ਵਿਦਿਆਰਥੀ ਤੋਂ ਅੱਗੇ ਇੰਸਟੀਚਿਊਟ ਜਾਂ ਸਕੂਲ ਔਰ ਫਰਦਰ ਅੱਗੇ DO ਲੈਵਲ ਤੋਂ DPA ਲੈਵਲ ਸੀਨੀਅਰ ਸੈਕੰਡਰੀ ਤੱਕ ਜਿਹੜਾ ਆ ਇਹ ਸਕੀਮ ਜਿਹੜੀ ਹੈ ਐਪਲੀਕੇਸ਼ਨ ਬੱਚੇ ਦੀ ਜਿਹੜੀ ਫਾਰਵਰਡ ਹੋਏਗੀ ਔਰ ਜਿਹੜਾ ਬੈਨੀਫਿਟ ਹੈ ਬੱਚੇ ਨੂੰ ਉਹ ਡਾਇਰੈਕਟ ਉਹਦੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਜਿਹੜਾ ਆ ਹੋ ਜਾਏਗਾ। ਸੋ ਨੈਕਸਟ ਸਕੀਮ ਮਾਈਨੋਰਿਟੀ ਜਾਂ ਘੱਟ ਗਿਣਤੀ ਵਾਲਿਆਂ ਦੇ ਲਈ ਸਕੀਮ ਹੈ। ਇਹ ਦੋ ਤਰ੍ਹਾਂ ਦੀ ਹੈ, ਮਾਈਨੋਰਿਟੀ ਫॉर ਪ੍ਰੀ ਮੈਟ੍ਰਿਕ ਐਂਡ ਮਾਈਨੋਰਿਟੀ ਪੋਸਟ ਮੈਟ੍ਰਿਕ। ਸੋ ਪਹਿਲੀ ਤੋਂ ਲੈ ਕੇ 12ਵੀਂ ਜਮਾਤ ਦੇ ਵਿਦਿਆਰਥੀ ਦੇ ਵਿੱਚ ਸ਼ਾਮਿਲ ਕੀਤੇ ਜਾਂਦੇ ਹਨ। ਐਲੀਜੀਬਿਲਟੀ ਦੇ ਰੂਪ ਦੇ ਵਿੱਚ ਘੱਟ ਤੋਂ ਘੱਟ 50% ਮਾਰਕਸ ਜਿਹੜੇ ਹੋਣੇ ਚਾਹੀਦੇ ਨੇ ਤੇ ਮਾਪਿਆਂ ਦੀ ਇਨਕਮ ਜਿਹੜੀ 1 ਲੱਖ ਤੋਂ ਘੱਟ ਹੋਣੀ ਚਾਹੀਦੀ। ਸੋ ਇਸ ਵਿੱਚ ਜੇ ਅਸੀਂ ਗੱਲ ਕਰ ਲਈਏ ਤਾਂ ਇੱਕ ਫੈਮਿਲੀ ਦੇ 2 ਜਾਂ 2 ਤੋਂ ਵੱਧ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਜਿਹੜੀ ਹੈ ਨਹੀਂ ਮਿਲੇਗੀ। ਸੋ ਇਸ ਵਿੱਚ ਹੋਸਟਲਰ ਦੀ ਜੇ ਅਸੀਂ ਗੱਲ ਕਰੀਏ ਸੋ ਟਿਊਸ਼ਨ ਫੀਸ ਜਿੰਨੀ ਸਕੂਲ 'ਚ ਲਾਗੂ ਹੋਏ ਜਾਂ ਵੱਧ ਤੋਂ ਵੱਧ 350 ਰੁਪਏ ਤੇ ਦਾਖਲਾ ਫੀਸ ਵੱਧ ਤੋਂ ਵੱਧ 500 ਰੁਪਏ ਜਿਹੜੀ ਹੈ ਉਹ ਮਿਲੇਗੀ। ਟਿਊਸ਼ਨ ਫੀਸ ਪਰ ਮੰਥ ਦੇ ਹਿਸਾਬ ਨਾਲ, ਦਾਖਲਾ ਫੀਸ ਐਨੂਅਲੀ। ਸੋ ਇਸੇ ਤਰ੍ਹਾਂ ਜੇ ਅਸੀਂ ਹੋਸਟਲਰ ਦੀ ਗੱਲ ਕਰੀਏ ਤੇ ਮੇਨਟੇਨੈਂਸ ਅਲਾਉਂਸ ਵੀ ਇਹਦੇ ਵਿੱਚ ਮਿਲੇਗਾ, ਲੇਕਿਨ ਪਹਿਲੀ ਤੋਂ ਲੈ ਕੇ 5ਵੀਂ ਜਮਾਤ 'ਚ ਕਿਸੇ ਤਰ੍ਹਾਂ ਦਾ ਕੋਈ ਵੀ ਮੇਨਟੇਨੈਂਸ ਅਲਾਉਂਸ ਨਹੀਂ ਹੈ। 6ਵੀਂ ਤੋਂ ਲੈ ਕੇ 10ਵੀਂ ਜਮਾਤ ਤੱਕ 600 ਰੁਪਇਆ ਪਰ ਮੰਥ ਐਜ਼ ਏ ਮੇਨਟੇਨੈਂਸ
ਅਲਾਉਂਸ ਵੀ ਜਿਹੜੇ ਉਹ ਪ੍ਰਾਪਤ ਹੋਣਗੇ ਇਸ ਮਾਈਨੋਰਟੀ ਸਕੀਮ ਦੇ ਅੰਤਰਗਤ। ਸੋ ਡੇ ਸਕਾਲਰਸ ਦੇ ਲਈ ਵੀ ਬੈਨੀਫਿਟ ਲਗਭਗ ਸੇਮ ਤਰ੍ਹਾਂ ਦੇ ਹੀ ਹਨ, ਬਟ ਪੋਸਟ ਮੈਟ੍ਰਿਕ ਦੇ ਵਿੱਚ ਮਾਈਨੋਰਟੀ ਪੋਸਟ ਮੈਟ੍ਰਿਕ ਦੇ ਵਿੱਚ ਫੈਮਿਲੀ ਇਨਕਮ ਦੀ ਰੈਸਟ੍ਰਿਕਸ਼ਨ ਜਿਹੜੀ ਹੈ 2 ਲੱਖ ਤੱਕ ਜਾਂ ਉਸ ਤੋਂ ਘੱਟ ਹੋਣੀ ਚਾਹੀਦੀ। 9ਵੀਂ ਤੋਂ ਲੈ ਕੇ 12ਵੀਂ ਜਮਾਤ ਦੇ ਬੱਚਿਆਂ ਦੇ ਲਈ ਇੰਪੋਰਟੈਂਟ ਸਕਾਲਰਸ਼ਿਪ ਸਕੀਮ ਨੈਸ਼ਨਲ ਮੀਨਸ ਕਮ ਮੈਰਿਟ ਹੈ। ਸੋ ਇਸ ਦੇ ਅੰਤਰਗਤ ਐਲੀਜੀਬਿਲਟੀ ਦੇ ਵਿੱਚ ਜਿਹੜੀ ਹੈ 1.5 ਲੱਖ ਤੋਂ ਘੱਟ ਫੈਮਿਲੀ ਇਨਕਮ ਹੋਣੀ ਚਾਹੀਦੀ ਹੈ ਔਰ ਬੱਚੇ ਨੂੰ ਬੈਨੀਫਿਟ ਦੇ ਰੂਪ ਦੇ ਵਿੱਚ 1000 ਰੁਪਇਆ ਪਰ ਮੰਥ ਜਿਹੜਾ ਆ ਇਸ ਸਕਾਲਰਸ਼ਿਪ ਦੇ ਵਿੱਚ 9ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਬੱਚਿਆਂ ਦੇ ਲਈ ਜਿਹੜਾ ਮਿਲਦਾ ਹੈ। ਅਪਲਾਈ ਜਿਹੜਾ ਹੀ NPS ਨੈਸ਼ਨਲ ਸਕਾਲਰਸ਼ਿਪ ਪੋਰਟਲ ਦੇ ਉੱਪਰ ਅਪਲਾਈ ਕੀਤਾ ਜਾਂਦਾ ਹੈ। 12ਵੀਂ ਜਮਾਤ ਦੇ ਬੱਚਿਆਂ ਦੇ ਲਈ 10+2 SC ਗਰਲਸ ਇਨਾਮ ਯੋਜਨਾ ਇਨਾਮ ਸਕੀਮ ਹੈ। ਸੋ ਐਲੀਜੀਬਿਲਟੀ ਜਿਹੜੀ ਇਹਦੇ ਵਿੱਚ ਕਾਸਟ ਸਰਟੀਫਿਕੇਟ ਤੋਂ ਇਲਾਵਾ ਜਿਹੜੇ ਪੇਰੈਂਟਸ ਦੀ ਇਨਕਮ ਹੈ ਉਹ ਟੈਕਸੇਬਲ ਕੈਟਾਗਰੀ ਦੇ ਵਿੱਚ ਨਹੀਂ ਆਣੀ ਚਾਹੀਦੀ। ਬੈਨੀਫਿਟ 3000 ਰੁਪਇਆ ਜਿਹੜਾ ਐਨੂਅਲੀ ਇਹਦੇ ਵਿੱਚ ਐਜ਼ ਅ ਸਕਾਲਰਸ਼ਿਪ ਮਿਲਦਾ ਹੈ ਔਰ ਡਾਕਟਰ ਅੰਬੇਡਕਰ ਪੋਰਟਲ ਦੇ ਉੱਪਰ ਅਪਲਾਈ ਸਾਨੂੰ ਇਸ ਵਿੱਚ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਹੀ ਫ੍ਰੀ ਬੁੱਕ ਸਕੀਮ 11th ਤੇ 12th SC ਗਰਲਸ ਦੇ ਲਈ ਹੈ। ਗਰਲਸ ਸਟੂਡੈਂਟਸ ਦੇ ਲਈ ਬੜੀ ਹੀ ਮਹੱਤਵਪੂਰਨ ਸਕੀਮ ਡਾਕਟਰ ਹਰਗੋਬਿੰਦ ਖੁਰਾਨਾ ਸਕਾਲਰਸ਼ਿਪ ਸਕੀਮ ਹੈ। ਸੋ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੁਆਰਾ 1/8/2013 ਦੇ ਵਿੱਚ ਇਹ ਸਕੀਮ ਜਿਹੜੀ ਲਾਗੂ ਕੀਤੀ ਗਈ ਸੇ ਉਹਨਾਂ ਗਰਲ ਸਟੂਡੈਂਟ ਦੇ ਲਈ ਹੈ ਜਿਹੜੇ ਕਿ 80% ਤੋਂ ਵੱਧ ਮਾਰਕਸ 10ਵੀਂ ਦੇ ਵਿੱਚ ਜਿਹੜੇ ਪ੍ਰਾਪਤ ਕਰਦੇ। ਸੋ ਬੈਨੀਫਿਟ ਦੇ ਰੂਪ ਦੇ ਵਿੱਚ 2500 ਰੁਪਇਆ ਪਰ ਮੰਥ ਦੇ ਹਿਸਾਬ ਦੇ ਨਾਲ ਸਕਾਲਰਸ਼ਿਪ ਜਿਹੜੀ ਹੈ ਅਗਲੇ 2 ਸਾਲਾਂ ਦੇ ਲਈ ਜਿਹੜੀ ਹੈ ਬੱਚੇ ਨੂੰ ਪ੍ਰਾਪਤ ਹੁੰਦੀ ਹੈ। ਸੋ ਅੱਗੇ 2 ਮੇਜਰ ਸਕਾਲਰਸ਼ਿਪ ਸਕੀਮਾਂ ਦੀ ਗੱਲ ਕਰਾਂਗੇ। ਇੱਕ ਜਨਰਲ ਕੈਟਾਗਰੀ ਦੇ ਲਈ ਸਕਾਲਰਸ਼ਿਪ ਸਕੀਮ ਹੈ ਔਰ ਦੂਸਰੀ ਸਪੋਰਟਸ ਸਟੂਡੈਂਟਸ ਦੇ ਲਈ ਸਕਾਲਰਸ਼ਿਪ ਸਕੀਮ ਹੈ। ਸੋ ਪਹਿਲੀ ਜਨਰਲ ਸਕਾਲਰਸ਼ਿਪ ਸਕੀਮ ਬਾਰੇ ਗੱਲ ਕਰ ਲੈਂਦੇ ਹਾਂ। ਇਸ ਦੇ ਅੰਤਰਗਤ ਜਿਹੜੇ ਹੈ 5ਵੀਂ ਜਮਾਤ ਦੇ ਵਿੱਚ 3 ਮੁੰਡੇ ਤੇ 3 ਕੁੜੀਆਂ ਜਿਹੜੇ ਬਲਾਕ ਵਾਈਜ਼ ਟੌਪਰਸ ਨੇ ਉਹਨਾਂ ਨੂੰ ਚੁਣਿਆ ਜਾਂਦਾ ਹੈ। ਸੋ 8ਵੀਂ ਜਮਾਤ ਦੇ ਵਿੱਚ ਠੀਕ ਉਸੇ ਤਰ੍ਹਾਂ ਹੀ 3-3 ਬੱਚੇ ਜਿਹੜੇ ਨੇ ਉਹ ਚੁਣੇ ਜਾਂਦੇ ਨੇ। ਸੋ ਬੱਚਿਆਂ ਨੂੰ ਮਿਲਣ ਵਾਲੀ ਬੈਨੀਫਿਟ ਦੀ ਡਿਟੇਲ ਕੁਝ ਇਸ ਪ੍ਰਕਾਰ ਹੈ। ਸੋ 5ਵੀਂ ਜਮਾਤ ਦੇ ਟੌਪਰ ਬੱਚਿਆਂ ਨੂੰ 1000 ਰੁਪਇਆ ਸਕਾਲਰਸ਼ਿਪ ਦੇ ਰੂਪ ਦੇ ਵਿੱਚ ਤੇ 8ਵੀਂ ਜਮਾਤ ਦੇ 3 ਮੁੰਡੇ ਤੇ 3 ਕੁੜੀਆਂ ਟੌਪਰਸ ਨੂੰ ਫਸਟ ਸੈਕਿੰਡ ਥਰਡ ਪੋਜੀਸ਼ਨ ਵਾਲਿਆਂ ਨੂੰ 1500 ਰੁਪਇਆ ਸਕਾਲਰਸ਼ਿਪ ਦੇ ਰੂਪ ਦੇ ਵਿੱਚ ਦਿੱਤੇ ਜਾਂਦੇ ਹਨ। ਇਸ ਵਿੱਚ ਪੇਰੈਂਟਸ ਇਨਕਮ ਜਾਂ ਕਾਸਟ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਰੈਸਟ੍ਰਿਕਸ਼ਨ ਨਹੀਂ ਹੈ। ਸੋ ਸਪੋਰਟਸ ਸਟੂਡੈਂਟ ਦੇ ਲਈ ਜਿਸ ਸਕੀਮ ਦਾ ਜ਼ਿਕਰ ਹੈ ਉਹ ਹੈ 55 ਅਵਾਰਡ ਟੂ ਸਪੋਰਟਸ ਸਟੂਡੈਂਟ। 6ਵੀਂ ਤੋਂ ਲੈ ਕੇ 12ਵੀਂ ਜਮਾਤ ਦੇ ਬੱਚਿਆਂ ਦੇ ਲਈ ਇਹ ਸਕੀਮ ਹੈ। ਸੋ ਇਸ ਦੇ ਅੰਤਰਗਤ ਅਨੁਸੂਚਿਤ ਜਾਤੀਆਂ ਨਾਲ ਰਿਲੇਟਡ ਬੱਚੇ ਪ੍ਰਾਇਮਰੀ ਮਿਡਲ ਤੇ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਸੋ ਬਲਾਕ ਪੱਧਰ ਦੇ ਉੱਪਰ 3 ਮੁੰਡੇ ਤੇ 3 ਕੁੜੀਆਂ ਟੌਪਰਸ ਨੂੰ ਚੁਣਿਆ ਜਾਂਦਾ ਹੈ। ਸੋ ਗੇਮਸ ਜਿਹੜੀਆਂ ਇਹਦੇ ਵਿੱਚ ਰੱਖੀਆਂ ਜਾਂਦੀਆਂ ਨੇ ਉਹ ਹਨ ਕਬੱਡੀ, ਖੋ-ਖੋ ਤੇ ਐਥਲੈਟਿਕਸ। ਸੋ 5ਵੀਂ ਜਮਾਤ ਦੇ ਸਟੂਡੈਂਟਸ ਨੂੰ ਅਗਲੇ 3 ਸਾਲਾਂ ਦੇ ਲਈ ਮਤਲਬ ਕਿ 6ਵੀਂ ਤੋਂ ਲੈ ਕੇ 8ਵੀਂ ਜਮਾਤ ਵਿੱਚ ਫਸਟ ਸੈਕਿੰਡ ਤੇ ਥਰਡ ਪੋਜੀਸ਼ਨ ਆਉਣ ਵਾਲੇ ਬੱਚਿਆਂ ਨੂੰ 500 ਰੁਪਏ ਸਕਾਲਰਸ਼ਿਪ ਦੇ ਰੂਪ ਦੇ ਵਿੱਚ ਲੱਗਦਾ ਹੈ। ਸੋ 8ਵੀਂ ਜਮਾਤ ਦੇ ਸਟੂਡੈਂਟਸ ਨੂੰ ਅਗਲੇ 2 ਸਾਲਾਂ ਦੇ ਲਈ ਯਾਨੀ ਕਿ 9ਵੀਂ ਤੇ 10ਵੀਂ ਤੱਕ 750 ਰੁਪਏ ਲੱਗਦੇ ਹਨ। ਸੋ ਇਸੇ ਤਰ੍ਹਾਂ ਹੀ 10ਵੀਂ ਜਮਾਤ ਦੇ ਵਿਦਿਆਰਥੀ ਨੂੰ ਅਗਲੇ 2 ਸਾਲਾਂ ਦੇ ਲਈ ਯਾਨੀ ਕਿ 11ਵੀਂ ਤੇ 12ਵੀਂ ਦੇ ਲਈ ਜਿਹੜਾ ਆ ਉਹ ਸਕਾਲਰਸ਼ਿਪ ਲਈ ਚੁਣਿਆ ਜਾਂਦਾ ਹੈ ਤੇ ਇਹਨਾਂ ਨੂੰ 1000 ਰੁਪਏ ਜਿਹੜਾ ਆ ਉਹ ਐਜ਼ ਅ ਸਕਾਲਰਸ਼ਿਪ ਮਿਲਦਾ ਹੈ। ਸੋ ਇਸ ਤਰ੍ਹਾਂ ਵੱਖ-ਵੱਖ ਸਕਾਲਰਸ਼ਿਪ ਸਕੀਮਾਂ ਦੇ ਬਾਰੇ ਅਸੀਂ ਜਾਣਿਆ ਔਰ ਇਸੇ ਤਰ੍ਹਾਂ ਦੀਆਂ ਹੋਰ ਅਨੇਕਾਂ ਪ੍ਰਕਾਰ ਦੀਆਂ ਜਾਣਕਾਰੀਆਂ, ਨਵੇਂ-ਨਵੇਂ ਅਪਡੇਟਸ ਔਰ ਕਈ ਤਰ੍ਹਾਂ ਦੇ ਟਿਊਟੋਰੀਅਲਸ ਐਪਸ ਰਿਲੇਟਡ ਜਿਹੜੇ ਨਾ ਇਸ ਚੈਨਲ ਦੇ ਵਿੱਚ ਸਮੇਂ-ਸਮੇਂ ਤੇ ਮੈਂ ਤੁਹਾਨੂੰ ਮੁਹੱਈਆ ਕਰਵਾਉਂਦਾ ਰਹਿਣਾ ਹਾਂ ਜਾਂ ਤੁਹਾਡੇ ਕਮੈਂਟ ਬਾਕਸ ਦੇ ਅਨੁਸਾਰ ਨਿਊ ਇਨਫੋਰਮੇਸ਼ਨ ਅਪਲੋਡ ਕਰਦਾ ਰਹਿੰਦਾ ਹਾਂ। ਸੋ ਨਵੀਆਂ ਅਪਡੇਟਸ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਤੇ ਕਲਿੱਕ ਕਰੋ ਜਿਸ ਦੇ ਨਾਲ ਹਰ ਨਵੀਂ ਵੀਡੀਓ ਤੁਹਾਨੂੰ ਸਮੇਂ ਸਿਰ ਪ੍ਰਾਪਤ ਹੁੰਦੀ ਰਹੇ।